ਸਤਿ ਸ਼੍ਰੀ ਅਕਾਲ ਜੀ। ਇਸ਼ਕੇ ਸਾਹਿਤ ਪੋਡਕਾਸਟ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਸੁਰਮੀਤ ਬਰਾੜ ਅਤੇ ਅੱਜ ਤੁਸੀਂ ਸੁਣੋਗੇ ਕਰਮਜੀਤ ਸਿੰਘ ਕੁੱਸਾ ਜੀ ਦਾ ਲਿਖਿਆ ਹੋਇਆ ਨਾਵਲ ਰੋਹੀ ਬੀਆਬਾਨ। ਕਾਂਡ 10। ਦਿਨ ਦੇ ਛਿਪਾਹ ਨਾਲ ਜਦੋਂ ਕੋਟੀ ਤੇ ਜੈਲੀ ਨੇ ਬਰਸੀਮ ਦੀਆਂ ਭਰੀਆਂ ਮਸ਼ੀਨ ਮੂਹਰੇ ਲਿਆ ਕੇ ਸੁੱਟੀਆਂ ਤਾਂ ਕੋਟੇ ਦੀਆਂ ਅੱਖਾਂ ਫਾਲੇ ਵਾਂਗ ਤਪ ਰਹੀਆਂ ਸਨ। ਗਿੰਦਰ ਬੱਦੜੀਓਂ ਆ ਕੇ ਦਿਹਾੜੀਏ ਕਰਨ ਲੱਗਾ ਹੋਇਆ ਸੀ ਕਿਉਂਕਿ ਉਹਨਾਂ ਦੀ ਤਾਰੂ ਆਣੇ ਵਾਲੀ ਕਣਕ ਵਿੱਚ ਲੋਹੜੇ ਦਾ ਨਦੀਨ ਉੱਗ ਆਇਆ ਸੀ। ਮਹਿੰਦਰੋਂ ਨੇ ਕੋਟੇ ਦੇ ਚਿਹਰੇ ਵੱਲ ਵੇਖਿਆ ਤਾਂ ਉਹ ਪਿਛਲੇ ਦਿਨਾਂ ਵਾਂਗ ਹੀ ਕੰਬ ਗਈ। ਉਹ ਕਿੱਥੇ ਮਰਿਆ? ਕੋਟੀ ਨੇ ਚੌਂਤੇ ਦੇ ਨੇੜੇ ਆ ਕੇ ਝੱਗ ਸੁੱਟਦਿਆਂ ਪੁੱਛਿਆ। ਮਹਿੰਦਰੋਂ ਚੁੱਪ ਕਰ ਰਹੀ। ਉਹ ਡਰਦੀ ਸੀ ਉਹਦੇ ਮੂੰਹੋਂ ਕੋਈ ਅਵੱਲੀ ਗੱਲ ਨਾ ਨਿਕਲ ਜਾਏ। ਉਹਦੀ ਚੁੱਪ ਵੱਟੀ ਦੇਖ ਕੇ ਕੋਟੀ ਨੇ ਫੇਰ ਆਨੇ ਟੱਡੇ। ਤੇਰੇ ਭਾ ਦੀ ਮੈਂ ਕੁੱਤਾ ਭੌਂਕਦਾ? ਮਹਿੰਦਰੋਂ ਨੇ ਮਲਵੀ ਜੀਭ ਨਾਲ ਆਖਿਆ। ਦਿਹਾੜੀਏ ਕਰਨ ਗਿਆ ਦਿਹਾੜੀਏ ਕਰਨ? ਕਿਹਨੂੰ ਪੁੱਛ ਕੇ? ਘਰ ਮੇਰਾ ਤੇ ਆਪ ਆਈਆਂ ਉਹ ਕਰੇ। ਉਹ ਫਿਰ ਵੀ ਨਾ ਬੋਲੀ। ਉਹਨੂੰ ਪਤਾ ਸੀ ਜੇ ਉਹ ਬੋਲ ਪਈ ਖਬਰੇ ਕੀ ਝੱਜੂ ਪੈ ਜਾਵੇ। ਉਹਨਾਂ ਨੂੰ ਇਕੱਠੇ ਹੋਇਆਂ ਮੁਸ਼ਕਲ ਨਾਲ ਅਜੇ ਸਾਲ ਵੀ ਨਹੀਂ ਬੀਤਿਆ ਸੀ। ਕੋਟਾ 2 ਕੁ ਮਹੀਨਿਆਂ ਮਗਰੋਂ ਹੀ ਵੱਢ ਖਾਊਂ ਕਰਨ ਲੱਗ ਪਿਆ ਸੀ। ਪਹਿਲਾਂ ਤਾਂ ਕੋਟੀ ਉਹਦੇ ਨਾਲ ਬਥੇਰਾ ਮਿੱਠਾ ਪਿਆਰਾ ਰਹਿੰਦਾ ਸੀ। ਪਹਿਲ ਤਾਂ ਉਹ ਬੇਬੇ ਨੂੰ ਝਿੜਕੀ ਦੇ ਦਿੰਦਾ ਜੇ ਬੇਬੇ ਚੁੱਲ੍ਹੇ ਚੌਂਕੇ 'ਚ ਵੜੀ ਰਹਿੰਦੀ। ਬੇਬੇ ਇਹ ਕਿਤੇ ਨਿਆਣੀ ਹੈ, ਆਪੇ ਕਰ ਲੂ, ਇਹਨੂੰ ਸਾਰਾ ਪਤਾ, ਤੂੰ ਆਰਾਮ ਨਾਲ ਬੈਠਿਆ ਕਰ ਮੰਜੇ 'ਤੇ ਫਿਰ ਨਾਲ ਲੱਗਦੀ ਹੀ ਮਹਿੰਦਰੋਂ ਨੂੰ ਆਖਦਾ, ਭਾਬੀ ਤੂੰ ਹੁਣ ਇਸ ਘਰ ਨੂੰ ਆਪਦਾ ਹੀ ਸਮਝ, ਚਿੱਤ 'ਚ ਐ ਨਾ ਰੱਖੀ ਬਈ ਇਹ ਤਾਂ ਇਹਨਾਂ ਦਾ ਏ, ਇਹ ਸਾਰਾ ਕੁਛ ਤੇਰਾ ਹੀ ਹੈ। ਮਹਿੰਦਰੋਂ ਸਮਝਦੀ ਸੀ ਉਦੋਂ ਵੀ ਇਹ ਘਰ ਮੇਰਾ ਹੀ ਸੀ ਜਦੋਂ ਰੜੇ ਕੱਢ ਕੇ ਬਹਾਏ ਸੀ। ਹੁਣ ਉਸਦੀ ਕੋਈ ਵਾਹ ਨਹੀਂ ਚੱਲੀ ਸੀ। ਉਦੋਂ ਕੋਟੀ ਭਾਵੇਂ ਨਿਆਣਾ ਸੀ ਪਰ ਵੱਡਾ ਜਿਹੜਾ ਹੁਣ ਲੂੰਗਾ ਹੋਇਆ ਬੈਠਾ ਸੀ ਹਰ ਵਕਤ ਘਰ 'ਚ ਕਲੇਸ਼ ਹੀ ਪਾਈ ਰੱਖਦਾ ਸੀ। ਇੱਕ ਵਾਰੀ ਤਾਂ ਉਹਨੇ ਮਹਿੰਦਰੋਂ ਦੇ ਉੱਤੇ ਮੱਚਦੀ ਲਾਲਟੈਨ ਸੁੱਟ ਦਿੱਤੀ ਸੀ। ਇਹਨਾਂ ਗੱਲਾਂ ਦੇ ਬਾਵਜੂਦ ਮਹਿੰਦਰੋਂ ਸਿਰ ਖਪਾਉਂਦੀ, ਕੋਟੀ ਇੰਨਾ ਮੋਹ ਜਿਹਾ ਕਿਉਂ ਕਰਦਾ? ਸਮਝ ਕੋਈ ਨਾ ਆਉਂਦੀ ਤਾਂ ਖਿੱਝ ਕੇ ਇਸ ਬਾਰੇ ਸੋਚਣਾ ਹੀ ਛੱਡ ਦਿੰਦੀ। ਇੱਕ ਦਿਨ ਘਰ ਕੋਈ ਨਹੀਂ ਸੀ। ਮਹਿੰਦਰੋਂ ਦੀ ਸੱਸ ਹੱਟੀਓਂ ਕੋਈ ਸੌਦਾ ਖਰੀਦਣ ਗਈ ਹੋਈ ਸੀ। ਜੈਲੀ ਖੇਤ ਸੀ। ਟੁੰਡਾ ਕਿਧਰੇ ਟਿੱਬਿਆ ਹੋਇਆ ਸੀ। ਗੋਰਾ ਬਾਹਰ ਖੇਡਣ ਗਿਆ ਹੋਇਆ ਸੀ। ਸੌਣੀ ਪੱਕਣ 'ਤੇ ਆਈ ਹੋਈ ਸੀ। ਗਿੰਦਰ ਖੇਤ ਮੱਕੀ 'ਚੋਂ ਮਰੇੜ ਟਾਂਡੇ ਕੱਢ ਰਿਹਾ ਸੀ। ਮਹਿੰਦਰੋਂ ਨੇ ਕੰਮ ਧੰਦਾ ਮੁਕਾਇਆ ਤਾਂ ਕਿ ਉਹ ਖੇਤ ਰੋਟੀ ਲੈ ਜਾਵੇ। ਪਰ ਰੋਟੀ ਲੱਗਣ ਤੋਂ ਪਹਿਲਾਂ ਉਹ ਮੂੰਹ ਹੱਥ ਧੋ ਕੇ ਅੰਦਰ ਸਿਰ ਵਾਉਣ ਜਾ ਲੱਗੀ। ਗੁੱਤ ਕਰਦੀ ਉਹ ਸੰਦੂਕ ਦੇ ਮੂਹਰੇ ਜੜੇ ਸ਼ੀਸ਼ੇ 'ਚ ਆਪਣਾ ਚਿਹਰਾ ਨਿਹਾਰ ਰਹੀ ਸੀ। ਹਾਈ ਇੱਥੇ ਰੱਖ, ਨਹੀਂ ਰੀਸਾਂ ਬਈ ਜੱਟੀ ਦੀਆਂ, ਸ਼ੀਸ਼ਾ ਸੁਰਮਾ ਪੈ ਰਿਹਾ। ਮਹਿੰਦਰੋਂ ਛੇਤੀ ਦੇ ਕੇ ਮਗਰ ਝਾਕੀ। ਸਬਾਤ ਦੇ ਬਾਰ ਵਿੱਚ ਕੋਟੀ ਖੜੋਤਾ ਸੀ। ਉਹ ਖੇਤੋਂ ਪਟੇ ਵਾਲੀ ਚਾਬੀ ਲੈਣ ਆਇਆ ਸੀ ਜਿਹੜੀ ਜਾਣ ਲੱਗਿਆਂ ਭੁੱਲ ਗਿਆ ਸੀ। ਮਹਿੰਦਰੋਂ ਨੇ ਸੰਗ ਜਿਹੀ ਮੰਨਦਿਆਂ ਪਾਸਾ ਵਟਦਿਆਂ ਆਖਿਆ। ਕਿਉਂ, ਮੈਂ ਨਹੀਂ ਸ਼ੀਸ਼ਾ ਸੁਰਮਾ ਪਾ ਸਕਦੀ? ਮੇਰੇ ਕੀ ਕੋੜ ਚੱਲਿਆ? ਪਾ ਕਿਉਂ ਨਹੀਂ ਸਕਦੀ ਸਰਦਾਰਨੀਏ, ਮੈਂ ਤਾਂ ਨਾ ਪਾਊਡਰ ਸੁਰਖੀ ਬਿੰਦੀ ਲਾ। ਕੋਟੀ ਬੂਹੇ 'ਚੋਂ ਖਿਸਕ ਕੇ ਮਹਿੰਦਰੋਂ ਦੇ ਨੇੜੇ ਆ ਗਿਆ। ਉਹਦੇ ਅੰਦਰ ਧੰਦਕਿਆ। ਉਹਨੇ ਪਹਿਲਾਂ ਵੀ ਕੋਟੀ ਦੀਆਂ ਅੱਖਾਂ 'ਚ ਓਪਰੀ ਵਾਹ ਤੱਕੀ ਸੀ। ਰੋਟੀ ਲੈਣ ਆਇਆ? ਮੈਂ ਹੁਣੇ ਪਕਾ ਦਿੰਨੀ ਆ। ਆਖਦਿਆਂ ਉਹ ਬਾਹਰ ਅਵਲੀ, ਪਰ ਅਜੇ ਉਸ ਇੱਕ ਪੁਲਾਂਘ ਹੀ ਪੁੱਟੀ ਸੀ। ਕੋਟੀ ਨੇ ਉਹਦੀ ਬਾਂਹ ਫੜ ਲਈ। ਐਡੀ ਛੇਤੀ ਰੋਟੀ ਨੂੰ ਘਨੇਰੀ ਆਉਂਦੀ ਐ? ਮਹਿੰਦਰੋਂ ਉਹਦੇ ਵੱਲ ਭਵੰਤਰੀ ਜਿਹੀ ਝਾਕ ਰਹੀ ਸੀ। ਬਾਂਹ ਫੜਨ ਨਾਲ ਉਹਦੇ ਅੰਦਰ ਪੀਲਾ ਵਿਸਾਰ ਵਰਗਾ ਹੋ ਗਿਆ। ਕੋਟਿਆ ਤੂੰ? ਬਾਹਰ ਚੁੱਲ੍ਹੇ ਕੋਲ ਖੜਕਾ ਹੋਇਆ। ਮਹਿੰਦਰੋਂ ਨੇ ਆਪਣੀ ਬਾਤ ਛਡਾਉਣੀ ਚਾਹੀ ਪਰ ਉਹ ਹੋਰ ਨੇੜੇ ਆ ਰਿਹਾ ਸੀ। ਜ਼ਬਾਨ ਨਾਲ ਕਹਿਣ ਦੀ ਥਾਂ ਮਹਿੰਦਰੋਂ ਨੇ ਜ਼ੋਰ ਨਾਲ ਹੁਬਕਲੀ ਮਾਰੀ। ਵੇ ਤੂੰ ਕੁਛ ਅਕਲ ਕਰ, ਮੈਂ ਤੇਰੀ ਮਾਂ ਵਰਗੀ ਆਂ। ਮਾਂ ਵਰਗੀ ਹੀ ਐ, ਮਾਂ ਤਾਂ ਨਹੀਂ। ਕੋਟੀ ਨੇ ਉਹਨੂੰ ਜੱਫਾ ਮਾਰਨਾ ਚਾਹਿਆ ਤਦ ਬਾਹਰੋਂ ਗੋਰੇ ਦੀ ਆਵਾਜ਼ ਆਈ, ਬੀਬੀਏ। ਇੰਨੀ ਸੁਣਦਿਆਂ ਸਾਰ ਮਹਿੰਦਰੋਂ ਦਾ ਅੰਦਰ ਤਾਂ ਬਰਫ਼ ਵਰਗਾ ਹੋ ਗਿਆ ਪਰ ਲਹਿਰ ਚਾਹੇ ਕੋਟੀ ਨੂੰ ਕੁਝ ਨਹੀਂ ਸੁਣਿਆ। ਉਹ ਉਸੇ ਤਰ੍ਹਾਂ ਉਹਨੂੰ ਕਾਬੂ ਕਰਨ ਦੇ ਯਤਨ ਵਿੱਚ ਸੀ। ਮਹਿੰਦਰੋਂ ਬਾਹਰੀ ਡਰ ਨਾਲ ਅਚਾਨਕ ਭਵਕੀ। ਵੇ ਫੋਟ, ਅੰਨਾ ਜੁਲਾਹਾ ਮਾਂ ਨਾਲ ਮਸ਼ਕਰੀਆਂ, ਹਜੇ ਕੱਲ੍ਹ ਤਾਂ ਮੈਂ ਤੇਰੇ ਚਿੱਤੜ ਧੋਂਦੀ ਰਹੀ ਹਾਂ। ਹਜੋਕਾ ਮਾਰ ਕੇ ਮਹਿੰਦਰੋਂ ਨੇ ਆਪਣਾ ਆਪ ਛੁਡਾ ਲਿਆ। ਕੁਝ ਗੋਰੇ ਦੀ ਆਵਾਜ਼ ਸੁਣ ਕੇ ਕੋਟੀ ਵੀ ਛਿੱਥਾ ਪੈ ਗਿਆ ਸੀ। ਛੁੱਟਣ ਸਾਰ ਉਹ ਬਾਹਰ ਨੂੰ ਭੱਜੀ। ਉਦੋਂ ਹੀ ਸਬਾਤ ਵਿੱਚ ਗੋਰਾ ਧਮਕਿਆ। ਮਹਿੰਦਰੋਂ ਦਾ ਮੂੰਹ ਬੱਗਾ ਫੂਸ ਵਰਗਾ ਹੋ ਗਿਆ। ਜਦੋਂ ਗੋਰੇ ਨੇ ਸੰਦੂਕਾਂ ਕੋਲ ਕੋਟੀ ਖਲੋਤਾ ਦੇਖਿਆ ਉਸਦੀਆਂ ਅੱਖਾਂ ਮੱਚਣ ਲੱਗ ਪਈਆਂ। ਫਿਰ ਮਹਿੰਦਰੋਂ ਨੂੰ ਗੱਭਰੂ ਪੁੱਤ ਵਾਂਗ ਭੱਜ ਕੇ ਪਿਆ। ਮੈਨੂੰ ਘੰਟਾ ਹੋ ਗਿਆ ਹਾਕਾ ਮਾਰਦੇ ਨੂੰ। ਅਗਾਂਹ ਗੋਰੇ ਨੂੰ ਵੀ ਕੋਈ ਗੱਲ ਨਾ ਔੜੀ। ਗੁੱਸੇ ਨਾਲ ਉਹਦਾ ਸੰਗ ਭਾਰਾ ਹੋ ਗਿਆ ਸੀ। ਮਹਿੰਦਰੋਂ ਨੇ ਜਦੋਂ ਸਿਰ ਨੰਗਾ ਮਹਿਸੂਸ ਕੀਤਾ ਤਾਂ ਪਾਣੀਓਂ ਪਾਣੀ ਹੋ ਗਈ।
ਮੈਂ ਤਾਂ ਅੰਦਰ ਸਿਰ ਵਾਉਂਦੀ ਸੀ। ਉਹਨੇ ਇੰਨੀ ਕਹਿ ਕੇ ਸੰਦੂਕ ਉੱਤੇ ਪਈ ਚੁੰਨੀ ਚੁੱਕਣ ਦੀ ਥਾਂ ਕਿੱਲੇ ਉੱਤੇ ਲਟਕਦਾ ਮੈਲ ਭਰਿਆ ਖੱਦਰ ਦਾ ਪਰਨਾ ਖਿੱਚ ਕੇ ਸਿਰ ਤੇ ਧਰ ਲਿਆ ਤੇ ਰੋਟੀ ਟੁੱਕ ਵਾਲੇ ਪਾਸੇ ਖਿਸਕ ਗਈ। ਗੋਰਾ ਅਜੇ ਵੀ ਟਾਕਾਂ ਤੇ ਹੱਥ ਧਰੀ ਖਲੋਤਾ ਸੀ। ਮਹਿੰਦਰੋਂ ਨੇ ਉਹਦੀਆਂ ਅੱਖਾਂ 'ਚ ਅੱਗ ਲਾਟੀ ਮਚਦੀ ਦਿਸੀ। ਅੱਜ ਮਹਿੰਦਰੋਂ ਨੂੰ ਗੋਰਾ ਦਾੜੀ ਮੁੱਛ ਵਾਲਾ ਗੱਭਰੂ ਪੁੱਤ ਜਾਪਿਆ। ਕੋਟੀ ਨੇ ਬਾਹਰ ਨਿਕਲ ਕੇ ਆਪਣੇ ਜਾਣੇ ਗੋਰੇ ਨੂੰ ਝਿੜਕੀ ਦਿੱਤੀ। ਤੂੰ ਐ ਸਾਡੀ ਵੇਲਾ ਡੰਡੇ ਵਜਾਉਂਦਾ ਫਿਰਦਾ ਰਹਿਣਾ ਓਏ, ਕੋਈ ਹੱਥ ਪੱਲਾ ਹਿਲਾ ਲਿਆ ਕਰੋ। ਕੀ ਹੱਥ ਪੱਲਾ ਹਿਲਾ ਲਿਆ ਕਰਗੇ ਹੈਂ? ਗੋਰੇ ਨੇ ਸਗੋਂ ਉਹਨੂੰ ਘੂਰਿਆ। ਕੋਟੀ ਫੇਰ ਅੰਦਰ ਵੜਿਆ ਤੇ ਚਾਬੀ ਚੁੱਕ ਕੇ ਬਾਹਰ ਆ ਗਿਆ। ਇਹ ਕਹਿੰਦਿਆਂ ਖੇਤ ਨੂੰ ਤੁਰ ਗਿਆ। ਰੋਟੀ ਤੂੰ ਲੈ ਆਈ ਓਏ, ਸਾਰੀ ਦਿਹਾੜੀ ਕੁੱਤੇ ਭਗਾਈ ਕਰਦੇ ਫਿਰਦੇ ਹੋ। ਮੈਥੋਂ ਨਹੀਂ ਰੋਟੀ ਆਉਣੀ ਕਿਸੇ ਦੀ। ਫਿਰ ਚੱਬ ਕੇ ਬੋਲਿਆ, ਲੈ ਆਈ ਰੋਟੀ ਇਹਦੀ ਵੱਡੇ ਠਾਣੇਦਾਰ ਦੀ। ਗੋਰੇ ਨੇ ਇਉਂ ਛਣਕ ਕੇ ਸੁੱਟ ਦਿੱਤਾ ਜਿਵੇਂ ਉਹਦੇ ਬਰਾਬਰ ਦਾ ਸ਼ਰੀਕ ਹੋਵੇ। ਪਰ ਕੋਟੀ ਨੇ ਅੱਗੇ ਵਾਂਗ ਉਹਦੀਆਂ ਮਾਵਾਂ ਭੈਣਾਂ ਨਹੀਂ ਨੌਲੀਆਂ। ਵਾਹਵਾ ਚਿਰ ਗੋਰਾ ਭੱਠੀ 'ਚ ਪਏ ਦਾਣਿਆਂ ਵਾਂਗ ਹਰਖ ਨਾਲ ਤਿੜਕਦਾ ਰਿਹਾ। ਫਿਰ ਉਸੇ ਤਰ੍ਹਾਂ ਪਖਿਆ ਪਖਾਇਆ ਬਾਹਰ ਨਿਕਲ ਗਿਆ। ਉਸਦਾ ਚਿੱਤ ਇੰਨਾ ਕੁਚੂਚ ਹੋਇਆ, ਉਹਦਾ ਜੀ ਕੁਝ ਖਾ ਕੇ ਮਰਨ ਨੂੰ ਕਰਦਾ ਸੀ ਜਾਂ ਕੋਟੀ ਦਾ ਹੀ ਸਿਰ ਵੱਢ ਦੇਵੇ। ਓਏ ਗੋਰਿਆ ਓਏ! ਪਰਿਓਂ ਚਮਿਆਰਾਂ ਦੇ ਚਿਗਨਟ ਨੇ ਉਹਦੇ ਕੋਲ ਨੱਠ ਕੇ ਆਉਂਦਿਆਂ ਬੜੇ ਰੇਜ਼ ਨਾਲ ਆਖਿਆ, ਆ ਜਾ ਆਪਾਂ ਤਾਸ਼ ਖੇਡੀਏ। ਮੈਂ ਨਹੀਂ ਕਰਨਾ। ਆ ਜਾ। ਚਿਗਨਟ ਉਹਦੇ ਮਗਰ ਲਪਕੇ ਆ ਰਿਹਾ ਸੀ। ਆਹ ਦੇਖ ਮੇਰੇ ਕੋਲ ਨਵੀਂ ਤਾਸ਼ ਹੈ, ਮੈਂ ਅੱਜ ਹੀ ਛੀਬੀਆਂ ਦੀ ਹੱਟੀ ਲਾਇਆ ਚਵਾਨੀ ਦੀ। ਚਵਾਨੀ ਮੈਨੂੰ ਮੇਰੀ ਬੇਬੇ ਨੇ ਦਿੱਤੀ ਸੀ। ਚੰਗਾ ਫਿਰ ਮੈਂ ਇੱਕ ਕਰਾਂ, ਤੇਰੀ ਬੇਬੇ ਨੇ ਦਿੱਤੀ ਹੈ ਤਾਂ। ਗੋਰੇ ਨੇ ਉਹਨੂੰ ਝਿੜਕਦਿਆਂ ਵਾਂਗ ਕਿਹਾ। ਚਿਗਨਟ ਦੇ ਮੈਲ ਭਰਿਆ ਖੱਦਰ ਦਾ ਝੱਗਾ ਪਾਇਆ ਹੋਇਆ ਸੀ, ਜਿਸ ਦੀ ਚਟਿਆਈ ਮਿੱਟੀ ਕੱਟੇ ਨੇ ਖਾਧੀ ਪਈ ਸੀ ਤੇ ਥਾਂ ਥਾਂ ਤੋਂ ਚਿਗਨਟ ਨੇ ਨੱਕ ਪੂੰਝ ਪੂੰਝ ਤੱਪੜ ਵਰਗਾ ਕਰ ਰੱਖਿਆ ਸੀ। ਚਿਗਨਟ ਅਜੇ ਵੀ ਉਹਦੇ ਮਗਰ ਉਲਰਿਆ ਆ ਰਿਹਾ ਸੀ, ਤਰਲੇ ਜੇ ਲੈ ਰਿਹਾ ਸੀ। ਪਹਿਲਾਂ ਗੋਰਾ ਉਹਦਾ ਇਉਂ ਕਹਿਣਾ ਮੰਨ ਲੈਂਦਾ ਸੀ, ਜਾਂ ਮੈਂ ਨਹੀਂ ਖੇਡਣਾ। ਗੋਰੇ ਨੇ ਐਤਕੀ ਇੰਨੀ ਉੱਚੀ ਆਖਿਆ ਕਿ ਚਿਗਨਟ ਠਠੰਬਰ ਕੇ ਖੜੋ ਗਿਆ। ਸਾਲਾ ਵੱਡਾ ਤਾਸ਼ ਦਾ ਖਿਡਾਰੂ, ਪਹਿਲਾਂ ਅੱਖਾਂ ਦੇ ਨਾਂ ਤਾਂ ਲਵਾ ਲੈ, ਜਾਂ ਨਾ ਖੇਡ। ਚਿਗਨਟ ਨੇ ਉਦਾਸ ਹੁੰਦਿਆਂ ਉਹਨੂੰ ਨਿਹੋਰਾ ਜਿਹਾ ਦਿੱਤਾ। ਤੇਰੇ ਬਿਨਾਂ ਕਦੇ ਤਾਸ਼ ਨਾ ਖੇਡੀ ਜਾਊ, ਮੈਂ ਪਿਛੜੇ ਨਾ ਖੇਡ ਲੂੰਗਾ। ਪਰ ਗੋਰੇ ਨੇ ਉਹਦਾ ਕੋਈ ਜਵਾਬ ਨਹੀਂ ਦਿੱਤਾ। ਉਹ ਚੁੱਪਚਾਪ ਤੁਰਿਆ ਗਿਆ। ਨਾਈਆਂ ਦੇ ਖੇਤ ਕੋਲ ਆ ਕੇ ਉਸ ਮਗਰ ਭੌਂ ਕੇ ਦੇਖਿਆ, ਫਿਰ ਵੱਟ ਉੱਤੇ ਉੱਗੀ ਟਾਹਲੀ ਦੀ ਛਾਵੇਂ ਬਹਿ ਗਿਆ। ਅਜੇ ਵੀ ਕੋਟੀ ਬਾਹਰੇ ਮਨ ਵਿੱਚ ਬੁਲਬੁਲੀਆਂ ਉੱਠ ਰਹੀਆਂ ਸਨ। ਉਹਨੇ ਦਿਮਾਗ ਵਿੱਚ ਵਿਉਂਤ ਬਣਾਈ, ਉਹ ਰਾਤ ਨੂੰ ਸੁੱਤੇ ਪਏ ਕੋਟੀ ਦਾ ਸਿਰ ਵੱਢ ਦੇਵੇ। ਪਰ ਜੇ ਜਾਗ ਪਿਆ ਫਿਰ ਉਹਨੂੰ ਸੋਚ ਫੁਰੀ। ਜਦੋਂ ਖੇਤ ਹੋਇਆ ਤੇ ਉਹਦੀ ਚਾਹ ਲੈ ਕੇ ਗਿਆ, ਹੱਟੀਆਂ ਚੂਹੇ ਮਾਰਨ ਵਾਲੀ ਦਵਾਈ ਲੈ ਕੇ ਪਾ ਦੂੰ ਵਿੱਚ, ਆਪੇ ਸਾਰਾ ਲੋਟਣੀਆਂ ਲਊ। ਇਹ ਸੋਚ ਕੇ ਉਸਦਾ ਹਾਸਾ ਨਿਕਲ ਗਿਆ ਤੇ ਉਹ ਕਿੰਨਾ ਹੀ ਚਿਰ ਹੱਸਦਾ ਰਿਹਾ। ਉਸ ਦਿਨ ਤੋਂ ਘਰ ਦਾ ਵਾਤਾਵਰਨ ਵਿਗੜ ਗਿਆ। ਕੋਟੀ ਨੇ ਫੇਰ ਵੀ ਕਈ ਵਾਰ ਦਾਤ ਕਾ ਕੇ ਮਹਿੰਦਰੋਂ ਨੂੰ ਚਾਟ ਪਾਉਣੀ ਚਾਹੀ, ਪਰ ਉਹ ਤਾਂ ਇਸ ਤਰ੍ਹਾਂ ਸੋਚ ਵੀ ਨਹੀਂ ਸਕਦੀ ਸੀ। ਨਾਲੇ ਹੁਣ ਅਲੜ ਉਮਰ ਨਹੀਂ ਸੀ, ਨਹੀਂ ਤਾਂ ਸ਼ਾਇਦ ਉਹ ਕੋਈ ਸਮਝੌਤਾ ਕਰ ਲੈਂਦੀ। ਜੈਲੀ ਨੇ ਵੀ ਇੱਕ ਰਾਤ ਹੱਦ ਕਰ ਦਿੱਤੀ। ਗਿੰਦਰ ਉਹਨਾਂ ਦੀ ਰਾਏਕੋਟ ਵਾਲੀ ਭੂਆ ਦੇ ਕੋਲ ਗਿਆ ਹੋਇਆ ਸੀ। ਡਰਦੀ ਮਹਿੰਦਰੋਂ ਨਾ ਰੌਲਾ ਪਾਉਣ ਜੋਗੀ। ਧੱਕਾਂ ਤਾਂ ਉਹ ਜਰ ਗਈ, ਪਰ ਪੰਜਾਲੀ ਹੇਠ ਧੌਣ ਦੇ ਕੇ ਬਲਦ ਵਾਂਗ ਉਹਨੂੰ ਤਰਨਾ ਨਹੀਂ ਆਉਂਦਾ ਸੀ। ਪਰ ਸਾਰਿਆਂ ਤੋਂ ਵੱਧ ਔਖਾ ਗੋਰਾ ਸਭ ਨੂੰ ਕਰਨ ਲੱਗ ਪਿਆ ਸੀ। ਆਏ ਦਿਨ ਉਹ ਘਰ ਵਿੱਚ ਧੂੰਆਂ ਸੱਥਰ ਪਾਈ ਰੱਖਦਾ। ਗਿੰਦਰ ਦਾ ਦਾਬਾ ਵੀ ਹੁਣ ਨਹੀਂ ਮੰਨਦਾ ਸੀ ਤੇ ਕੋਟੀ ਨੂੰ ਤਾਂ ਉਹ ਟੇਚੀ ਸਮਝਦਾ। ਜੇ ਕੋਟੀ ਹੱਥ ਚੁੱਕਦਾ ਤਾਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਕੇ ਬਾਹਰ ਦੌੜ ਜਾਂਦਾ। ਕੋਟੀ ਵੀ ਮਹਿੰਦਰੋਂ, ਗਿੰਦਰ ਤੇ ਨਿਆਣਿਆਂ ਨੂੰ ਵੱਢ ਖਾਊ ਕਰਨ ਲੱਗ ਪਿਆ ਸੀ। ਪਰ ਇਸ ਦੇ ਬਾਵਜੂਦ ਮਹਿੰਦਰੋਂ ਨੇ ਹਥਿਆਰ ਨਹੀਂ ਸੁੱਟੇ। ਪਹਿਲਾਂ ਵੀ ਦੁਖੀ ਇਸ ਦੁੱਖੋਂ ਹੀ ਹੋਈ ਸੀ। ਹੁਣ ਜਿਉਂ ਕੋਟੀ ਖੇਤੋਂ ਆਇਆ ਸੀ, ਤੱਤੇ ਪਾਣੀ ਵਾਂਗ ਰਿੱਝ ਰਿਹਾ ਸੀ। ਰੁੱਗ ਲਾਉਂਦਿਆਂ ਉਹਨੇ ਗੋਰੇ ਨੂੰ ਬੇਸ਼ੁਮਾਰ ਗਾਲਾਂ ਦਿੱਤੀਆਂ। ਮਹਿੰਦਰੋਂ ਕੰਨ ਸੁੱਟ ਕੇ ਸੁਣਦੀ ਰਹੀ। ਬਾਲਟੀ 'ਚ ਤੱਤਾ ਪਾਣੀ ਉਲਟਾਉਣ ਵੇਲੇ ਵੀ ਉਹਨੂੰ ਕੋਟੀ ਦੇ ਨਾਲ ਆਨਿਆਂ ਦਾ ਸੇਕ ਸਹਿਣਾ ਪਿਆ ਤੇ ਚੁੱਪਚਾਪ ਬਾਲਟੀ ਚੁੱਕ ਕੇ ਨਲਕੇ ਕੋਲ ਰੱਖ ਆਈ। ਪਰ ਇੰਨਾ ਹੋਣ ਦੇ ਬਾਵਜੂਦ ਵੀ ਕਈ ਵਾਰੀ ਉਹ ਟੈਲਾ ਪੈ ਜਾਂਦਾ ਤੇ ਪਲੋਸਣ ਦਾ ਯਤਨ ਕਰਦਾ। ਪਰ ਮਹਿੰਦਰੋਂ ਅਜਿਹੀ ਮਿੱਟੀ ਦੀ ਨਹੀਂ ਬਣੀ ਸੀ ਜਿਹੜੀ ਢਹਿ ਕੇ ਦੁਬਾਰਾ ਮਨਮਰਜ਼ੀ ਦਾ ਖਿਡੌਣਾ ਬਣ ਤੁਰਦੀ। ਇਹਨਾਂ ਪ੍ਰਸਥਿਤੀਆਂ ਵਿੱਚ ਦੀ ਗੁਜ਼ਰਦੀ ਮਹਿੰਦਰੋਂ ਕਦੇ ਕਦੇ ਸੋਚਦੀ, ਜਾਏ ਨੂੰ ਖਾਵੇ ਹੈ ਜੀ ਸਰਦਾਰੀ, ਮੈਂ ਤਾਂ ਇਹੋ ਜਿਹੇ ਕੰਮ ਦੇ ਛਿੱਤਰ ਨਹੀਂ ਮਾਰਦੀ। ਜਵਾਕ ਮੈਂ ਗਿੰਦਰ ਦੇ ਜੰਮ ਲਏ, ਹੁਣ ਤੁਹਾਡੇ ਨਾਲ ਖੇ ਖਾਵਾਂ। ਨਹੀਂ ਪੁੱਤ ਵਿਆਹੇ ਜਾਣਗੇ ਨਾ ਵਿਆਹੇ ਜਾਣ, ਅੱਗੇ ਕਿਹੜਾ ਚਾਚੇ ਤਾਏ ਦੇ ਸਾਰੇ ਵਿਆਹੇ ਹੋਏ ਆ। ਕਿੱਲੇ ਤਾਂ ਇਹਨਾਂ ਪੰਜਾਂ ਭਰਾਵਾਂ ਕੋਲ 5 ਵੀ ਨਹੀਂ।
ਪਰ ਜਦੋਂ ਉਹ ਲੋਕਾਂ ਵੱਲ ਵੇਖਦੀ ਤਾਂ ਹੈਰਾਨ ਰਹਿ ਜਾਂਦੀ। ਸੇਮੇ ਦੇ 4 ਭਰਾਵਾਂ 'ਚੋਂ ਇੱਕ ਵਿਆਹਿਆ ਹੋਇਆ ਸੀ। ਫਿਰ ਉਹਨਾਂ ਦੇ ਅੰਦਰਲੇ ਘਰ ਦੇ ਗੁਆਂਢ ਦਲਬੀਰ ਸਿਉਂ ਦੇ ਭਰਾ ਦਾ ਵਿਆਹ ਨਹੀਂ ਹੋਇਆ ਸੀ। ਵਿਆਹ ਭਾਵੇਂ ਇਹਨਾਂ ਦੇ ਥੋੜ੍ਹੀ ਜ਼ਮੀਨ ਕਰਕੇ ਨਹੀਂ ਹੋਏ ਸਨ। ਜਿਹੜਾ ਇੱਕ ਅੱਧਾ ਵਿਆਹ ਹੋਇਆ ਸੀ ਉਹ ਵੀ ਮੁੱਲ ਦੇ ਜਾਂ ਕਰੇਵੇ ਕਰੇ ਹੋਏ ਸਨ। ਦਲਬੀਰ ਦੇ ਭਰਾ ਨੇ ਇੱਕ ਵਾਰ ਅੱਡ ਹੋਣ ਲਈ ਘਰ ਵਿੱਚ ਕਲੇਸ਼ ਪਾ ਲਿਆ। ਛੜਾ ਛਟਾਂਗ ਹੋਣ ਕਰਕੇ ਉਹ ਬਿਨਾਂ ਕੰਮ ਕਰਦਿਆਂ ਤੋਂ ਸ਼ਾਹੀ ਖਰਚ ਪਾਲਦਾ ਸੀ। ਵੰਡਾਰਾ ਕਰਾਉਣ ਲਈ ਪੰਚਾਇਤ ਵਿੱਚ ਦਲਬੀਰ ਨੇ ਮੂੰਹ ਪਾੜ ਕੇ ਕਹਿ ਦਿੱਤਾ, ਜਿੱਥੇ ਪੰਚਾਇਤੇ ਇਹਨੂੰ ਘਰ ਜ਼ਮੀਨ ਵੰਡ ਕੇ ਦੇਣੀ ਹੈ, ਉਹ ਘਰ 'ਚ 8 ਜਵਾਕ ਵੀ ਹੈ, ਉਹ ਵੀ ਵੰਡ ਦਿਓ। ਦਲਬੀਰ ਦਾ ਭਰਾ ਤੜਫੜ ਕਰਨ ਲੱਗਾ ਤਾਂ ਦਲਬੀਰ ਨੇ ਫਿਰ ਭਿੱਜੀ ਜੁੱਤੀ ਵਰਗੀ ਗੱਲ ਕਹੀ। ਕੀ ਗੱਲ, ਉਦੋਂ ਤਾਂ ਬਾਰੀਆਂ ਬੰਨ੍ਹਦਾ ਹੁੰਦਾ ਸੀ। ਉਹਦੇ ਭਰਾ ਨੇ ਮੁੜ ਕੇ ਅੱਡ ਹੋਣ ਦਾ ਵਿਰਵਾ ਨਹੀਂ ਪਾਇਆ ਤੇ ਫਿਰ ਉਹਨਾਂ ਦੇ ਅਗਵਾੜ ਵਿੱਚ ਮੁਖਤਿਆਰ ਮਦਰੇ ਨੇ ਆਪਣੇ ਸ਼ਰੀਕੇ 'ਚ ਛੜੇ ਕੁਮਿੱਕਰ ਦੀ ਜ਼ਮੀਨ ਹਥਿਆਉਣ ਦੀ ਖਾਤਰ ਆਪਣੀ ਤੀਵੀਂ ਉਹਨੂੰ ਸੰਭਾਲ ਦਿੱਤੀ। ਮਦਰੇ ਦੀ ਤੀਵੀਂ ਦਿਨ ਦਿਹਾੜੇ ਕੁਮਿੱਕਰ ਦੀ ਕੋਠੜੀ 'ਚ ਵੜੀ ਰਹਿੰਦੀ। ਫਿਰ ਉਹਨੂੰ ਯਾਦ ਆਇਆ, ਗਿੰਦਰ ਉੱਚੇ ਘਰ ਵਾਲਿਆਂ ਦੀ ਇੱਕ ਗੱਲ ਸੁਣਾਉਂਦਾ ਹੁੰਦਾ ਸੀ। ਉਹ 2 ਭਰਾ ਸਨ। ਜ਼ਮੀਨ 6 ਕਿੱਲੇ ਹੋਣ ਕਾਰਨ ਵੱਡੇ ਭਰਾ ਦਾ ਵਿਆਹ ਹੋ ਗਿਆ। ਛੋਟੇ ਨੇ ਜਦੋਂ ਦੇਖਿਆ ਭਾਬੀ ਉਹਦੇ ਵੱਲੋਂ ਪਿੱਠ ਖਰੀ ਰੱਖਦੀ ਹੈ ਤਾਂ ਉਹਨੇ ਘਰ ਦਾ ਡੱਕਾ ਵੰਡਾ ਲਿਆ। ਘਰ ਵਿੱਚ ਇੱਕ ਮੈਂ ਸੀ। ਛੋਟੇ ਨੇ ਕੜਿੱਤ ਘੜੀ ਕਰ ਲਈ, ਕਹਿੰਦਾ ਮੈਂ ਕਈ ਨਾਲ ਅੱਧੀ ਵੱਢਣੀ ਹੈ। ਉਹ ਆਖਣ ਮੈਂ ਤੈਨੂੰ ਦੇ ਦਿੰਨੇ ਆ, ਪਰ ਉਹ ਲਾਤੀਆਂ ਦੇਵੇ। ਹਾਰ ਕੇ ਭਾਬੀ ਨੇ ਉਹਨੇ ਵੱਲੋਂ ਪਿੱਠ ਕਰਨੀ ਛੱਡ ਦਿੱਤੀ ਤੇ ਉਹਨੇ ਕਹੀ ਖੁੰਝੇ ਰੱਖ ਦਿੱਤੀ। ਪਰ ਮਹਿੰਦਰੋ ਸਾਰੀ ਦੇ ਥਾਂ ਅੱਧੀ ਖਾਣ ਨੂੰ ਤਿਆਰ ਸੀ। ਇਹ ਕੰਜਰਖਾਨਾ ਕਰ ਨਹੀਂ ਸਕਦੀ। ਗਿੰਦਰ ਦਾ ਵਾਲ ਆਉਂਦਾ ਕਿ ਮੁੱਠੀ ਬੰਦ ਰਹੇ, ਜਦੋਂ ਖੁੱਲ੍ਹ ਗਈ ਖਾਲੀ ਦੀ ਖਾਲੀ। ਗਿੰਦਰ ਦੇ ਅੜਬ ਸੁਭਾਅ ਤੋਂ ਡਰਦੀ ਉਹ ਦੜ ਵੱਟੀ ਰੱਖਦੀ, ਪਰ ਦੂਜੇ ਪਾਸੇ ਉਹ ਹੁੰਗਾਰਾ ਨਾ ਦਿੰਦੀ। ਇਸ ਘੜੀ ਨੇ ਇੱਕ ਦਿਨ ਘਰ ਵਿੱਚ ਸਿਆਪਾ ਖੜਾ ਕਰ ਦਿੱਤਾ। ਗਿੰਦਰ ਨੇ ਟਿੱਬੇ ਤੋਂ ਲਿਆਂਦਾ ਲਾਲ ਰੇਤਾ ਪਸ਼ੂਆਂ ਥੱਲੇ ਖਿਲਾਰ ਰਿਹਾ ਸੀ। ਜੈਲੀ ਪਸ਼ੂਆਂ ਨੂੰ ਪੱਠੇ ਪਾ ਕੇ ਮੱਝਾਂ ਨੂੰ ਥਾਂ ਥਾਈਂ ਬੰਨ ਰਿਹਾ ਸੀ। ਘੋਟੀ ਨਹਾ ਧੋ ਕੇ ਲਿਸ਼ਕ ਪੁਸ਼ਕ ਕੇ ਵੱਡੇ ਬਾਰ ਮੂਹਰੇ ਖਲੋਤਾ ਸੀ, ਪਰ ਉਹਦਾ ਪਾਲਿਆ ਹੋਇਆ ਅਲਸ਼ੇਸ਼ਨ ਕੁੱਤਾ ਬੰਨਿਆ ਹੋਣ ਤੇ ਵੀ ਕਿੰਨਾ ਚਿਰ ਤੋਂ ਐਵੇਂ ਹੀ ਬੇਮਤਲਬ ਭੌਂਕ ਰਿਹਾ ਸੀ। ਦਰਅਸਲ ਕੁੱਤਾ ਬਨਾਈ ਤੋਂ ਚੱਲਦਾ ਸੀ। ਉਹ ਮੂਰਲੀਆਂ ਲੱਤਾਂ ਚੁੱਕ ਵੱਧ ਪੈ ਰਿਹਾ ਸੀ। ਰੇਤਾ ਖਿਲਾ ਰਹੇ ਗਿੰਦਰ ਨੇ ਕੁੱਤੇ ਨੂੰ 1-2 ਵਾਰ ਝਿੜਕਿਆ ਵੀ, ਪਰ ਕੁੱਤਾ ਤਾਂ ਜਿਵੇਂ ਉਹਨੂੰ ਮਾਲਕੀ ਨਾ ਮੰਨਦਾ ਹੋਵੇ। ਜਦੋਂ ਕੁੱਤਾ ਭੌਂਕਣੋਂ ਨਾ ਹੀ ਹਟਿਆ, ਗਿੰਦਰ ਨੇ ਕਈ ਰੋਕੇ ਹਫੇ ਸਾਹ ਨੂੰ ਟਿਕਾਉਂਦਿਆਂ ਕੁੱਤੇ ਵੱਲ ਗਹਿਰੀ ਨਜ਼ਰ ਨਾਲ ਤੱਕਣੀ ਨਾਲ ਦੇਖਿਆ, ਪਰ ਕੁੱਤਾ ਨਿਡਰ ਹੋ ਕੇ ਬਹੂ ਕਰੀ ਜਾਂਦਾ ਸੀ। ਪਤਾ ਨਹੀਂ ਗਿੰਦਰ ਦੇ ਮਨ ਵਿੱਚ ਕੀ ਬਦੀ ਉੱਠੀ। ਉਸ ਨੇੜੇ ਪਈ ਪੁਰਾਣੀ ਚੁੱਕ ਕੇ ਕੁੱਤੇ ਦੇ 2-3 ਧਰਦਿਆਂ ਕੁੜੇ ਬੋਲ ਨਾਲ ਆਖਿਆ, ਕੰਜਰ ਦੇ ਪੁੱਤ ਨੇ ਘੰਟਾ ਹੋ ਗਿਆ ਸਿਰ ਪਾੜ ਨਾ ਲਿਆ। ਕੁੱਤਾ 2 ਖਾ ਕੇ ਵੀ ਚੌਂ ਕਰਦਾ ਵਿੱਚ ਦੀ ਭੌਂਕੀ ਜਾਂਦਾ ਸੀ। ਗਿੰਦਰ ਨੇ ਫੇਰ ਕਿੱਲਦਿਆਂ ਪੁਰਾਣੀ ਉਂਗਰੀ, ਉਦੋਂ ਹੀ ਕੋਟੀ ਦੇ ਤੱਤੇ ਬੋਲ ਨੇ ਉਹਦੀ ਉਗਰੀ ਸੋਟੀ ਟੈਲੀ ਪਾ ਦਿੱਤੀ। ਕਿਉਂ? ਦੂਰ ਖੜੋਤੇ ਦੀਆਂ ਕੁੱਟੀਆਂ ਜਾੜਾਂ ਗਿੰਦਰ ਨੂੰ ਦਿਸ ਪਈਆਂ। ਇਹਨੂੰ ਕੁੱਟਣ ਲੱਗਿਆ? ਤੀਵੀਂ ਦਾ ਦੁੱਧ ਚੰਗਾਉਂਦਾ ਥੱਕ ਗਿਆ? ਗਿੰਦਰ ਉਹਦੀ ਏਡੀ ਬੇਸ਼ਰਮੀ ਵਾਲੀ ਗੱਲ ਸੁਣ ਕੇ ਬਰਫ਼ ਹੋ ਗਿਆ, ਪਰ ਉਹਨੇ ਹਾਸੇ ਨਾਲ ਟਾਲਣਾ ਚਾਹਿਆ। ਤੀਵੀਂ ਦਾ ਦੁੱਧ ਤਾਂ ਤੂੰ ਚੰਗਾਉਣਾ ਸੀ, ਉਹ ਤੇਰੀ ਭਰਜਾਈ ਹੈ। ਪਰ ਕੋਟੀ ਦੀਆਂ ਅੱਖਾਂ ਵਿੱਚ ਅੱਗ ਬੰਬੂਕਿਆਂ ਵਾਂਗ ਬਲ ਰਹੀ ਸੀ। ਚੱਕ ਕੇ ਪ੍ਰਾਣੀ ਕੁੱਟਣ ਡੈ ਪਿਆ। ਮੈਨੂੰ ਤਾਂ ਕੁੱਤਾ ਤੇਰਾ ਪੁੱਤਾਂ ਨਾਲੋਂ ਵੱਧ ਪਿਆਰਾ ਹੈ। ਇਹ ਸੁਣ ਕੇ ਗਿੰਦਰ ਨੂੰ ਰਤਾ ਹਰਖਾਇਆ। ਉਸ ਤੋਂ ਸੁਭਾਵਕ ਫੇਰ ਕਹਿ ਹੋ ਗਿਆ, ਯਾਰ ਕੁੱਤੇ ਦੇ ਸੌਟੀ ਮਾਰੀ ਹੈ, ਤੇਰੇ ਤਾਂ ਨਹੀਂ ਮਾਰੀ। ਮੇਰੇ ਮਾਰ ਕੇ ਵੇਖ ਲੈ, ਜੇ ਵੇਖਣਾ ਪੰਜੀ ਦਾ ਭੌਣ। ਮਾਰੀ ਹੈ ਕੁੱਤੇ ਦੇ ਸੋਟੀ, ਅਜੇ ਸੋਟੀ ਦੱਸਦਾ। ਮੇਰਾ ਤਾਂ ਕਲੇਜਾ ਫੂਕਿਆ ਪਿਆ ਤੁਹਾਡੇ ਵੰਨੀ। ਕਿਉਂ, ਮੈਂ ਕੁਛ ਸਿੱਟ ਤਾਂ ਗਵਾਉਣਾ? ਗਿੰਦਰ ਅਜੇ ਵੀ ਨਿਰਮੀ ਵਰਤ ਰਿਹਾ ਸੀ। ਸਿੱਟਣ ਗਵਾਉਣ ਦੀ ਅਜੇ ਕੋਈ ਕਸਰ ਹੈ? ਕੋਟੀ ਉਸ ਵੱਲ ਵਗ ਕੇ ਆਇਆ ਜਿਵੇਂ ਢਾਉਣਾ ਹੋਵੇ। ਤੂੰ ਮੈਨੂੰ ਐਂ ਦੱਸ, ਸਾਡੇ ਨਾਲ ਰਲ ਕੇ ਸਾਡਾ ਸਵਾਰਿਆ ਕੀ ਹੈ ਤੂੰ? ਉਹਦੀਆਂ ਅੱਖਾਂ ਗੇਰੂ ਰੰਗੀਆਂ ਹੋਈਆਂ ਪਈਆਂ ਸਨ। ਬੇਬੇ ਵਿਚਾਲੀ ਆ ਗਈ। ਉਹਨੇ ਗਿੰਦਰ ਨੂੰ ਹੀ ਆਖਿਆ, ਪੁੱਤ ਤੂੰ ਸਮਾਈ ਕਰ, ਨਿਆਣਾ। ਮੈਂ ਤਾਂ ਬੇਬੇ ਕੁਝ ਆਖਿਆ ਹੀ ਨਹੀਂ, ਕੁੱਤੇ ਦੇ ਹੀ ਸੋਟੀ ਮਾਰੀ ਹੈ, ਕੋਈ ਲੋੜਾ ਆ ਗਿਆ? ਗਿੰਦਰ ਨੇ ਭਰੇ ਸੰਗ ਨਾਲ ਕਹਿੰਦਿਆਂ ਕਹੀ ਥੰਮਲੇ ਨਾਲ ਟਿਕਾ ਦਿੱਤੀ। ਉਹਨੂੰ ਰੰਜ ਮਣ ਚੜ੍ਹਦਾ ਸੀ। ਕਸੂਰ ਉਹਦਾ ਬੇਬੇ ਸਮਾਈ ਕਰਨ ਨੂੰ ਵੀ ਮੈਨੂੰ ਹੀ ਆਖਦੀ ਹੈ। ਤੇਰੇ ਭਾ ਦੀ ਨਹੀਂ ਲੋੜਾ ਆਇਆ? ਕੋਟੀ ਨੇ ਬਾਂਹ ਮਾਰਦਿਆਂ ਪਹਿਲਾਂ ਨਾਲੋਂ ਗੱਜਵੀਂ ਆਵਾਜ਼ 'ਚ ਆਖਿਆ। ਮੇਰੇ ਤਾਂ ਫੱਟ ਖੁੱਲ੍ਹ ਗਿਆ। ਜੇ ਬੰਦੇ ਦਾ ਪੁੱਤ ਹੈ ਤਾਂ ਇਸੇ ਵਕਤ ਮੇਰੇ ਘਰੋਂ ਆਪਦਾ ਸ਼ਿਸ਼ਪਤ ਲੈ ਕੇ ਬਾਹਰ ਹੋ ਜਾ। ਜੋ ਤੁਸੀਂ ਸਾਨੂੰ ਆਪਦਾ ਸਮਝਣਾ ਹੀ ਨਹੀਂ, ਫਿਰ ਅਸੀਂ ਤੁਹਾਨੂੰ ਰਗੜ ਕੇ ਆਖਿਆ ਫੋੜਿਆਂ 'ਤੇ ਲਾਉਣਾ। ਬਿੰਦੂ ਕੋ ਚੁੱਪ ਰਹਿ ਕੇ ਫਿਰ ਉਹਦੇ ਵੱਲ ਵਧਦਿਆਂ ਆਖਿਆ, ਆਓ ਸਰਦਾਰ ਨਹੀਂ ਹੈ, ਉਹਦੀ ਨਕੌੜੀ ਨਹੀਂ ਸੂਤ ਆਉਂਦੀ ਇਹਦੀ ਕੋਈ ਕੰਮ ਕਰਨ ਨੂੰ। ਆਖੋ ਮੱਥੇ 7 ਵੱਲ ਪਾਈ ਰੱਖਦੀ ਹੈ। ਅਸੀਂ ਥੋਥੋਂ ਰੱਜੇ ਤੇ ਆਏ, ਤੁਸੀਂ ਇੱਥੋਂ ਡੰਡਾ ਡੇਰਾ ਚੁੱਕੋ ਆਪਦਾ, ਜਿੰਨੇ ਨਾਤੇ ਓਨਾ ਹੀ ਪੁੰਨ। ਆਹ ਗੱਲ ਤਾਂ ਸਾਨੂੰ ਉਦੋਂ ਹੀ ਪਤਾ ਸੀ ਤੁਸੀਂ ਆਖਣੀ ਹੈ, ਉਦੋਂ ਸੋਚਦੇ। ਕੋਟੀ ਨੇ ਉਹਦੀ ਸਾਂਗ ਲਾਈ। ਅਸੀਂ ਤਾਂ ਇੱਥੋਂ ਕੁਛ ਲੈ ਲਿਆ,
ਤੇਰਾ ਕਰਜ਼ਾ ਹੀ ਲਾਇਆ। ਕੋਟੀ ਤਾਂ ਪਲ ਪਲ ਮਗਰੋਂ ਗਰਮ ਹੁੰਦਾ ਗਿਆ। ਬੇਬੇ ਨੇ ਕੋਟੀ ਨੂੰ ਸਮਝਾ ਕੇ ਭਾਂਬੜ ਵਾਂਗ ਵੱਧਦੀ ਜਾਂਦੀ ਗੱਲ ਨੂੰ ਟਿਕਾਉਣਾ ਚਾਹਿਆ, ਪਰ ਕੋਟੀ ਨੇ ਬਾਹਾਂ ਮਾਰਦਿਆਂ ਪੈਰ ਨਾਲ ਧਰਤੀ ਉੱਤੇ ਲੀਕ ਖਿੱਚ ਦਿੱਤੀ ਤੇ ਬੁੜੀ ਨਾਲ ਲਾਲ ਆਨੇ ਕਰਦਿਆਂ ਆਖਿਆ, ਮੈਂ ਆਨਾ ਇਹ ਹੁਣੇ ਜਾਣੇ ਐਸੇ ਵਕਤ, ਜੇ ਤੂੰ ਇਹਨਾਂ ਨੂੰ ਰੱਖਣਾ ਤਾਂ ਮੈਂ ਆ ਚੱਲਿਆ। ਤੇ ਉਹ ਵਗ ਕੇ ਬੂਹਿਓਂ ਬਾਹਰ ਹੋ ਗਿਆ। ਬੇਬੇ ਭੱਜ ਕੇ ਮਗਰ ਵੀ ਗਈ, ਪਰ ਉਹ ਛੂਟ ਵੱਟੀ ਜਾਂਦਾ ਸੀ। ਬੁੜੀ ਨੇ ਮੱਥੇ ਤੇ ਹੱਥ ਮਾਰਦਿਆਂ ਹਾਏ ਆਖਿਆ ਤੇ ਬੁੜਬੁੜ ਕਰਦੀ ਓਨੀ ਪੈਰੀ ਮੋੜ ਆਈ। ਪਿਛਲੇ 2 ਮਹੀਨਿਆਂ ਤੋਂ ਨਿੱਕੀ ਨਿੱਕੀ ਗੱਲ ਦੇ ਘਰ ਵਿੱਚ ਯੈਬਰਾ ਪੈ ਰਿਹਾ ਸੀ। ਕੋਟੀ ਤੇ ਸੁਭਾਅ ਤੋਂ ਬੇਬੇ ਡਰਦੀ ਸੀ। ਉਹ ਜੇ ਰੁੱਸ ਜਾਂਦਾ ਤਾਂ ਆਪਣੀ ਅੜੀ ਤੋਂ ਪਾਉਂਦਾ ਨਾ। ਨਾਲੇ ਬੇਬੇ ਸਮਝਦੀ ਉਹਦਾ ਗਿੰਦਰ ਬਿਨਾਂ ਸਰ ਸਕਦਾ ਸੀ, ਪਰ ਕੋਟੀ ਤਾਂ ਉਹਦੇ ਘਰ ਦੀ ਧਰੋਹਰ ਸੀ। ਗੁਰਮੇਲ ਦੇ ਮੁੱਕ ਜਾਣ ਪਿੱਛੋਂ ਹੁਣ ਘਰ ਵਿੱਚ ਕੋਟੀ ਹੀ ਸਿਆਣਾ ਸੀ। ਜੈਲੀ ਤਾਂ ਸਿੱਧਰ ਸੁਭਾਅ ਦਾ ਮਾਲਕ ਸੀ। ਗਿੰਦਰ ਅੱਜ ਨਹੀਂ ਕੱਲ ਨੂੰ ਫੇਰ ਅੱਡ ਹੋਊ, ਇਹ ਤਾਂ ਆਰ ਪਵਾਰ ਵਾਲਾ। ਉਹਨੇ ਵਿਹੜੇ 'ਚ ਥੰਮਲੇ ਵਾਂਗ ਚੁੱਪ ਕੀਤੇ ਖੜੂਤੇ ਗਿੰਦਰ ਕੋਲ ਆ ਕੇ ਉਹਨੂੰ ਸਮਝੌਤੀ ਜਿਹੇ ਦਿੰਦੇ ਆਖਿਆ, ਲੈ ਪੁੱਤ, ਜਿੰਨੀ ਤੁਹਾਡੇ ਨਾਲ ਨਿਭ ਗਈ ਬਾਹਲੀ ਵਧੀਆ, ਪਰ ਹੁਣ ਆਪਦੇ ਘਰ ਜਾਓ। ਤੇਰਾ ਤਾਂ ਘਰ ਹੈ, ਬਹੂ ਹੈ, ਮੇਰਾ ਤਾਂ ਪੁੱਤ ਕਿੱਧਰੇ ਉੱਠ ਜੂ। ਮੈਂ ਤੁਹਾਨੂੰ ਰੱਖ ਕੇ ਕੀ ਕਰੂੰ? ਆਹ ਖੜਾ ਗੱਡਾ, ਸਮਾਨ ਲੱਦੋ ਤੇ ਘਰ ਜਾਓ। ਬੇਬੇ ਨੇ ਇਹ ਗੱਲਾਂ ਵੀ ਕੋਟੀ ਦੇ ਅੜਬ ਸੁਭਾਅ ਤੇ ਪਿਛਲੇ ਦਿਨਾਂ ਤੋਂ ਪੈਂਦੇ ਕਲੇਸ਼ ਬਾਰੇ ਸੋਚ ਕੇ ਆਖੀਆਂ ਸਨ। ਗਿੰਦਰ ਦੀਆਂ ਅੱਖਾਂ ਵਿੱਚ ਚਾਨਣੀ ਟੁੱਟ ਕੇ ਮਰ ਗਈ। ਉਹਨੂੰ ਕੁਝ ਨਾ ਸੁੱਝੇ, ਉਹ ਆਪਣੀ ਮਾਂ ਨੂੰ ਕੀ ਆਖੇ। ਉਹਦਾ ਜੀ ਕਰਦਾ ਸੀ ਉਹ ਬੇਬੇ ਨੂੰ ਇੱਕ ਵਾਰੀ ਠਕੋਰੇ ਤਾਂ ਸਹੀ। ਉਦੋਂ ਨਾ ਚੱਲਣ ਨੂੰ ਮੈਂ ਗੰਢ ਭੇਜੀ ਸੀ। ਫਿਰ ਉਹਦੇ ਮਨ ਵਿੱਚ ਆਈ ਉਹ ਬੰਦੇ ਇਕੱਠੇ ਕਰੇ, ਝੱਜੂ ਪਾਵੇ, ਪਰ ਫਿਰ ਲੰਮੀ ਸੋਚ ਕੇ ਸਿਆਣਪ ਮੂਜਬ ਚੁੱਪ ਕਰ ਗਿਆ। ਲੋਕਾਂ ਨੇ ਉਹਨੂੰ ਹੀ ਛੱਜ 'ਚ ਪਾ ਕੇ ਛੱਡਣਾ ਸੀ। ਲੋਕ ਤਾਂ ਉਦੋਂ ਹੀ ਆਂਦੇ ਸਨ, ਇਹ ਤੇਰੇ ਭਰਾ ਏ ਲੱਖ ਵਾਰੀ, ਪਰ ਅੱਡ ਹੋਏ ਕਾਹਨੂੰ, ਉਹ ਜੀ ਗੱਲ ਬਣਦੀ ਹੈ। ਪਰ ਗਿੰਦਰ ਤਾਂ ਆਪਣੇ ਲੋਟ ਨੂੰ ਰਲਿਆ ਸੀ ਤੇ ਕੋਟੀ ਆਪਣੇ। ਜੇ ਕੋਟੀ ਦਾ ਲੋਟ ਸੂਤ ਨਹੀਂ ਆਇਆ, ਇਹਦੇ ਵਿੱਚ ਕਿਸੇ ਦਾ ਕੀ ਕਸੂਰ? ਉਸੇ ਰਾਤ ਉਹ ਗੱਡੇ ਤੇ ਸਮਾਨ ਲੱਦਿਆ, ਹੱਥੋਂ ਪਾਈ ਜੈਲੀ ਨੇ ਕਰਵਾ ਦਿੱਤੀ। ਅੱਧੀ ਰਾਤ ਭੁੱਖਣ ਭਾਣੇ ਉਹ ਆਪਣੇ ਘਰ ਆ ਗਏ।